जय हिंद। ਅੱਜ ਆਪਾਂ ਜਮਾਤ 10ਵੀਂ ਦੇ 12ਵੇਂ ਪਾਠ ਦੀ ਪ੍ਰੈਕਟਿਸ ਸ਼ੀਟ ਕਰਨ ਜਾ ਰਹੇ ਹਾਂ। ਪਾਠ ਦਾ ਨਾਮ ਹੈ ਬਿਜਲੀ। ਕੁਐਸਚਨ ਪਹਿਲਾ, ਦੀਪਮ ਨੇ ਅੱਜ ਕਲਾਸ 'ਚ ਪੜ੍ਹਿਆ ਕਿ ਕਿਸੇ ਚਾਲਕ ਵਿੱਚ ਬਿਜਲੀ ਚਾਰਜ ਦੇ ਪ੍ਰਵਾਹ ਦੀ ਦਰ ਨੂੰ ਬਿਜਲੀ ਧਾਰਾ ਕਹਿੰਦੇ ਆ, ਇੰਗਲਿਸ਼ 'ਚ ਕਰੰਟ ਕਹਿੰਦੇ ਆ। ਇਸ ਦੀ SI ਇਕਾਈ ਪੁੱਛੀ ਗਈ ਹੈ, ਕਿਹੜੀ ਹੁੰਦੀ ਹੈ? ਉਹ ਐਂਪੀਅਰ ਹੁੰਦੀ ਹੈ। ਇਹਨੂੰ ਲਿਖਣ ਲਈ A ਦਾ ਸਿੰਬਲ ਵਰਤਿਆ ਜਾਂਦਾ ਹੈ। ਇਹ ਯੂਨਿਟ ਨੂੰ ਆਂਡਰੇ ਐਂਪੀਅਰ ਨਾਮ ਦੇ ਇੱਕ ਸਾਇੰਟਿਸਟ ਦੇ ਨਾਮ ਤੇ ਰੱਖਿਆ ਗਿਆ ਸੀ, ਜਿਨ੍ਹਾਂ ਦਾ ਇਲੈਕਟ੍ਰੀਕਲ ਸਾਇੰਸਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਤਾਂ ਆੜਾ ਆਪਸ਼ਨ ਤੁਹਾਡਾ ਸਹੀ ਹੋ ਜਾਏਗਾ ਫਸਟ ਕੁਐਸਚਨ ਦਾ। ਕੁਐਸਚਨ ਦੂਜਾ, ਪ੍ਰੇਮ ਸੋਚਦਾ ਕਿ ਬਿਜਲੀ ਦੀਆਂ ਤਾਰਾਂ ਆਮ ਤੌਰ ਤੇ ਤਾਂਬੇ ਦੀਆਂ ਹੁੰਦੀਆਂ ਨੇ, ਇਹਦਾ ਕਾਰਨ ਕੀ ਹੈ? ਤਾਂ ਈਡੀ ਆਪਸ਼ਨ ਬਿਲਕੁਲ ਗਲਤ ਹੈ। ਤਾਂਬੇ ਦੀ ਤਾਰ ਨਾਲ ਝਟਕਾ ਨਹੀਂ ਲੱਗਦਾ, ਬਿਲਕੁਲ ਲੱਗ ਸਕਦਾ ਹੈ। ਇਹਦਾ ਮਤਲਬ ਸੱਸਾ ਆਪਸ਼ਨ ਵੀ ਗਲਤ ਹੋ ਗਿਆ, ਸਾਰੇ ਵੀ ਨਹੀਂ ਹੋ ਸਕਦਾ। ਹੁਣ ਦੋ ਆਪਸ਼ਨ ਜਿਹੜੇ ਰਹਿ ਗਏ, ਇਹਨਾਂ 'ਚ ਪ੍ਰਤੀਰੋਧ ਦੀ ਗੱਲ ਕੀਤੀ ਗਈ ਹੈ, ਮਤਲਬ ਕਿ ਰੈਜ਼ਿਸਟੈਂਸ ਜਾਂ ਪ੍ਰਤੀਰੋਧ ਦਾ ਕੰਮ ਹੁੰਦਾ ਹੈ ਕਰੰਟ ਨੂੰ ਰੋਕਣਾ, ਤੇ ਚਾਲਕ ਵਿੱਚ ਦੀ ਕਰੰਟ ਬਹੁਤ ਵਧੀਆ ਤਰੀਕੇ ਨਾਲ ਪਾਸ ਹੋ ਸਕਦਾ, ਇਸ ਕਰਕੇ ਉੱਥੇ ਪ੍ਰਤੀਰੋਧ ਘੱਟ ਹੁੰਦਾ ਹੈ। ਤਾਂ ਆੜਾ ਆਪਸ਼ਨ ਤੁਹਾਡਾ ਬਿਲਕੁਲ ਸਹੀ ਹੋ ਜਾਏਗਾ ਦੂਜੇ ਕੁਐਸਚਨ ਦਾ। ਕੁਐਸਚਨ ਤੀਜਾ, ਇੱਕ ਕਿਰਿਆ ਦੌਰਾਨ ਸੁਮਨ ਨੇ ਬਲਬ ਦੇ ਫਿਲਾਮੈਂਟ ਬਾਰੇ ਜਾਣਿਆ ਕਿ ਇਹਦੀ ਪ੍ਰਤੀਰੋਧਕਤਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੇ ਇਹਦਾ ਪਿਘਲਾਓ ਦਰਜਾ ਵੀ ਬਹੁਤ ਜ਼ਿਆਦਾ ਹੁੰਦਾ ਹੈ। ਇਹ ਫਿਲਾਮੈਂਟ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? ਇਸ ਕੱਚ ਦੇ ਬਲਬ ਦੇ ਵਿੱਚ ਤੁਹਾਨੂੰ ਬਿਲਕੁਲ ਸੈਂਟਰ ਤੇ ਇੱਕ ਜਗਦੀ ਹੋਈ ਤਾਰ ਦਿਖਾਈ ਦੇ ਰਹੀ ਹੈ, ਤੇ ਇਹਦੇ ਜਗਣ ਦਾ ਕਾਰਨ ਹੈ ਗਰਮ ਹੋਣਾ, ਤੇ ਗਰਮ ਹੋਣ ਦੇ ਲਈ ਤਾਰ ਦੀ ਪ੍ਰਤੀਰੋਧਕਤਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਹੀ ਗਰਮ ਹੋਊਗੀ ਤਾਰ। ਤੇ ਇਹਦਾ ਪਿਘਲਾਓ ਦਰਜਾ ਵੀ ਵੱਧ ਹੋਵੇ, ਨਹੀਂ ਤਾਂ ਤਾਰ ਗਰਮ ਹੋਣ ਕਰਕੇ ਪਿਘਲ ਵੀ ਸਕਦੀ ਹੈ। ਤਾਂ ਇਸ ਤਰ੍ਹਾਂ ਦਾ ਮਟੀਰੀਅਲ ਇੱਥੇ ਟੰਗਸਟਨ ਹੈ। ਬਾਕੀ ਤਿੰਨੇ ਚੀਜ਼ਾਂ ਲੋਹਾ, ਚਾਂਦੀ, ਤਾਂਬਾ ਗਰਮ ਤਾਂ ਹੋ ਜੂ, ਪਰ ਗਰਮ ਹੋ ਕੇ ਪਿਘਲ ਜੂਗਾ, ਤਾਂ ਲਾਈਟ ਨਹੀਂ ਦੇ ਸਕੂਗਾ। ਤਾਂ ਈਡੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਹੈ ਤੀਜੇ ਕੁਐਸਚਨ ਦਾ। ਕੁਐਸਚਨ ਚੌਥਾ, ਓਮ ਦੇ ਨਿਯਮ ਦੀ ਕਿਰਿਆ ਕਰਾਉਂਦੇ ਸਮੇਂ ਅਧਿਆਪਕ ਨੇ ਹੇਠ ਲਿਖੇ ਇੱਕ ਯੰਤਰ ਨੂੰ ਯੂਜ਼ ਕੀਤਾ। ਇਹ ਯੰਤਰ ਦਾ ਨਾਮ ਪੁੱਛਿਆ ਗਿਆ। ਤਾਂ ਇਹ ਜਿਹੜਾ ਯੰਤਰ ਹੈ, ਜਿਹੜਾ ਆਬਜੈਕਟ ਹੈ, ਇਹਨੂੰ ਕੀ ਕਿਹਾ ਜਾਂਦਾ ਹੈ? ਇਹਦਾ ਨਾਮ ਪੰਜਾਬੀ ਦੇ ਵਿੱਚ ਕੁੰਜੀ ਹੁੰਦਾ ਹੈਗਾ, ਜਿਹੜੀ ਕਿ ਇੱਕ ਤਰ੍ਹਾਂ ਦਾ ਸਵਿਚ ਦਾ ਕੰਮ ਕਰਦੀ ਹੈ। ਆ ਜੋ ਤੁਹਾਨੂੰ ਬਿਲਕੁਲ ਵਿਚਾਲੇ ਇੱਕ ਪਲੱਗ ਜਿਹਾ ਦਿਖਾਈ ਦੇ ਰਿਹਾ ਹੈਗਾ, ਜਦੋਂ ਇਹ ਪਲੱਗ ਇਹਦੇ ਵਿੱਚ ਪਾਇਆ ਹੁੰਦਾ ਤਾਂ ਇਹ ਔਨ ਹੁੰਦੀ ਹੈ। ਜੇ ਆਪਾਂ ਇਸ ਪਲੱਗ ਨੂੰ ਬਾਹਰ ਕੱਢ ਦਾਂਗੇ ਤਾਂ ਫਿਰ ਇਹ ਆਫ ਹੋ ਜਾਊਗੀ। ਤਾਂ ਸੱਸਾ ਆਪਸ਼ਨ ਤੁਹਾਡਾ ਸਹੀ ਹੋ ਜਾਏਗਾ ਚੌਥੇ ਕੁਐਸਚਨ ਦਾ। ਕੁਐਸਚਨ ਪੰਜਵਾਂ, ਅਧਿਆਪਕ ਨੇ ਕਲਾਸ ਵਿੱਚ ਅੱਜ ਦੱਸਿਆ ਕਿ ਭਾਈ ਬਿਜਲੀ ਦੇ ਤਾਪਣ ਪ੍ਰਭਾਵ ਦੇ ਬਹੁਤ ਸਾਰੇ ਉਪਯੋਗ ਹਨ। ਤੇ ਕਿਹੜੇ ਯੰਤਰ ਜਿਹੜੇ ਬਿਜਲੀ ਦੇ ਤਾਪਣ ਪ੍ਰਭਾਵ ਨੂੰ ਵਰਤਦੇ ਨੇ? ਤੇ ਬਿਜਲੀ ਪ੍ਰੈਸ ਵੀ ਗਰਮ ਹੁੰਦੀ ਹੈ ਤਾਂ ਤਾਪਣ ਪ੍ਰਭਾਵ ਵਰਤਦੀ ਹੈ। ਤਾਂ ਬਿਜਲੀ ਟੋਸਟਰ ਵੀ ਬ੍ਰੈਡ ਗਰਮ ਕਰਦਾ ਹੈ ਤਾਪਣ ਪ੍ਰਭਾਵ ਨਾਲ। ਤੇ ਹੀਟਰ ਦਾ ਕੰਮ ਵੀ ਗਰਮੀ ਜਾਂ ਤਾਪ ਦੇਣਾ ਹੀ ਹੈ, ਤਾਂ ਇਸ ਕਰਕੇ ਉਪਰੋਕਤ ਸਾਰੇ ਹੀ ਆ ਜਾਣਗੇ। ਸੱਸਾ ਆਪਸ਼ਨ ਤੁਹਾਡਾ ਸਹੀ ਹੈ ਪੰਜਵੇਂ ਕੁਐਸਚਨ ਦਾ। ਛੇਵਾਂ ਕੁਐਸਚਨ, ਗੁਰਸ਼ਰਨ ਦੇ ਪਿਤਾ ਜੀ ਇੱਕ ਬਿਜਲੀ ਦੀ ਮੋਟਰ ਖਰੀਦ ਕੇ ਲਿਆਏ, ਤੇ ਮੋਟਰ ਦੇ ਬਕਸੇ ਉੱਤੇ ਲਿਖਿਆ ਹੋਇਆ ਹੈ 220 ਵੋਲਟ ਤੇ 5 ਐਂਪੀਅਰ। ਤਾਂ ਮੋਟਰ ਦੀ ਸ਼ਕਤੀ ਪੁੱਛੀ ਗਈ ਹੈ, ਪਾਵਰ ਪੁੱਛੀ ਗਈ ਹੈ। ਤਾਂ ਦੇਖੋ ਆਪਾਂ ਨੂੰ ਵੋਲਟੇਜ ਦਿੱਤੀ ਹੋਈ ਹੈ ਮੋਟਰ ਦੀ 220 ਵੋਲਟ, ਤੇ ਆਪਾਂ ਨੂੰ ਜੋ ਕਰੰਟ ਹੁੰਦਾ ਹੈਗਾ, ਜਿਹਨੂੰ ਆਪਾਂ I ਦੇ ਨਾਲ ਲਿਖਦੇ ਆ, ਉਹ ਦਿੱਤਾ ਹੋਇਆ 5 ਐਂਪੀਅਰ। ਤੇ ਆਪਾਂ ਨੂੰ ਪੁੱਛਿਆ ਗਿਆ ਹੈਗਾ ਪਾਵਰ ਦੇ ਬਾਰੇ। ਤਾਂ ਜਿਹੜਾ ਪਾਵਰ ਦਾ ਫਾਰਮੂਲਾ ਹੁੰਦਾ ਹੈ, ਉਹ ਹੁੰਦਾ ਹੈ ਵੋਲਟੇਜ ਨੂੰ ਗੁਣਾ ਕਰ ਦੇਣੀ ਹੈ ਕਰੰਟ ਦੇ ਨਾਲ। ਇੱਥੇ ਆਪਾਂ ਦੋਨਾਂ ਨੂੰ ਗੁਣਾ ਕਰ ਦਿੰਨੇ ਆ। ਤਾਂ ਦੇਖੋ 220 ਵੋਲਟ ਹੈ ਜਿਹੜਾ, ਉਹਨੂੰ ਆਪਾਂ ਗੁਣਾ ਕਰਤੀ 5 ਐਂਪੀਅਰ ਦੇ ਨਾਲ, ਤੇ ਇਹਦਾ ਆਨਸਰ ਬਣ ਜਾਊਗਾ 1100। ਤੇ ਕਿਉਂਕਿ ਪਾਵਰ ਹੈ ਜਿਹੜੀ, ਉਹਦੀ ਯੂਨਿਟ ਵਾਟ ਹੁੰਦੀ ਹੈ, ਤਾਂ ਆਪਾਂ ਇੱਥੇ W ਲਗਾ ਦੇਵਾਂਗੇ। ਤਾਂ ਆੜਾ ਸਹੀ ਆਪਸ਼ਨ ਆ ਜਾਏਗਾ 1100 ਵਾਟ ਛੇਵੇਂ ਕੁਐਸਚਨ ਦਾ। ਕੁਐਸਚਨ ਸੱਤਵਾਂ, ਇੱਕ ਤਾਰ ਦਾ ਟੁਕੜਾ ਹੈ ਜਿਹਦਾ ਪ੍ਰਤੀਰੋਧ ਰੈਜ਼ਿਸਟੈਂਸ R ਹੈਗੀ, ਉਹਨੂੰ ਦੋ ਬਰਾਬਰ ਭਾਗਾਂ ਵਿੱਚ ਕੱਟ ਲਿਆ ਵਿਚਾਲੋਂ, ਤੇ ਉਸ ਤੋਂ ਬਾਅਦ ਸਮਾਂਤਰ ਜੋੜਿਆ ਗਿਆ, ਮਤਲਬ ਪੈਰਲਲ ਜੋੜਿਆ ਗਿਆ। ਉਹਨਾਂ ਦਾ ਤੁੱਲ ਪ੍ਰਤੀਰੋਧ, ਟੋਟਲ ਰੈਜ਼ਿਸਟੈਂਸ ਦੀ ਗੱਲ ਪੁੱਛੀ ਗਈ ਹੈ ਵੀ ਕਿੰਨਾ ਹੋਊਗਾ। ਤਾਂ ਮੰਨ ਲਓ ਆਪਣੇ ਕੋਲ ਕੋਈ ਇੱਕ ਤਾਰ ਸੀਗੀ ਜਿਹਦੀ ਲੰਬਾਈ ਸੀ L ਤੇ ਇਹਦੀ ਰੈਜ਼ਿਸਟੈਂਸ ਸੀਗੀ R। ਉਸ ਤੋਂ ਬਾਅਦ ਆਪਾਂ ਇਸੇ ਤਾਰ ਦੇ ਦੋ ਛੋਟੇ ਛੋਟੇ ਟੁਕੜੇ ਕਰ ਲਏ ਵਿਚਾਲੋਂ ਕੱਟ ਕੇ, ਜਿਨ੍ਹਾਂ ਦੀ ਲੰਬਾਈ ਬਣ ਗਈ ਅੱਧੀ, L/2 ਬਣ ਗਈ, ਕਹਿਣ ਦਾ ਮਤਲਬ ਦੋਨਾਂ ਦੀ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ, ਜਿਹੜਾ ਪ੍ਰਤੀਰੋਧ ਹੁੰਦਾ ਹੈ, ਉਹ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ ਲੰਬਾਈ ਦੇ, ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਤਾਂ ਅਗਰ ਲੰਬਾਈ ਅੱਧੀ ਹੋਗੀ ਤਾਂ ਤੁਹਾਡੇ ਕੋਲ ਰੈਜ਼ਿਸਟੈਂਸ ਵੀ ਅੱਧੀ ਹੋ ਜੂ। ਇਸ ਕਰਕੇ ਇਹਨਾਂ ਦੋਨਾਂ ਛੋਟੇ ਟੁਕੜਿਆਂ ਦੀ ਰੈਜ਼ਿਸਟੈਂਸ ਹੋਊਗੀ R/2 ਤੇ R/2। ਤੇ ਇੱਥੇ ਦੋਨਾਂ ਤਾਰ ਦੇ ਟੁਕੜਿਆਂ ਨੂੰ ਇੱਕ ਸਮਾਂਤਰ ਜਾਂ ਪੈਰਲਲ ਸੈਟਅਪ ਚ ਲਾਇਆ ਗਿਆ ਹੈਗਾ, ਜਿੱਥੇ ਦੋਨਾਂ ਦਾ ਜਿਹੜਾ ਪ੍ਰਤੀਰੋਧ ਹੈ ਉਹ R/2 ਹੋਊਗਾ। ਤਾਂ ਟੋਟਲ ਜਾਂ ਕੁੱਲ ਪ੍ਰਤੀਰੋਧ ਕੱਢਣ ਦੇ ਲਈ ਅਗਰ ਦੋਨੇ ਪ੍ਰਤੀਰੋਧ ਆਪਣੇ ਬਰਾਬਰ ਵੀ ਹੋਣ ਤੇ ਪੈਰਲਲ ਵੀ ਲੱਗੇ ਹੋਣ, ਪੈਰਲਲ ਮਤਲਬ ਸਮਾਂਤਰ ਲੱਗੇ ਹੋਏ ਹੋਣ, ਤਾਂ ਤੁਸੀਂ ਦੋਨਾਂ ਵਿੱਚੋਂ ਇੱਕ ਪ੍ਰਤੀਰੋਧ ਚੱਕ ਲਓ, ਕਿਉਂਕਿ ਦੋਨੇ ਬਰਾਬਰ ਹੀ ਨੇ, ਤੇ ਉਹਦਾ ਅੱਗੇ ਜਾ ਕੇ ਅੱਧ ਕਰ ਦਿਓ। ਤਾਂ ਤੁਹਾਡੇ ਕੋਲ ਬਣ ਜਾਊਗਾ R/2/2, ਜਿਹੜਾ ਬਣ ਗਿਆ R/4। ਤਾਂ ਦੋ ਇੱਕੋ ਜਿਹੇ ਪ੍ਰਤੀਰੋਧ ਸਮਾਂਤਰ ਵਿੱਚ ਲੱਗ ਕੇ ਅੱਧ ਹੋ ਜਾਂਦਾ ਹੈ। ਇਹਨੂੰ ਜ਼ਿਆਦਾ ਡਿਟੇਲ ਦੇ ਵਿੱਚ ਇੱਥੇ ਮੈਂ ਸਮਝਾ ਰਿਹਾ ਹਾਂ, ਅਗਰ ਤੁਸੀਂ ਨੈਕਸਟ ਕੁਐਸਚਨ ਤੇ ਸਕਿਪ ਕਰਨਾ ਚਾਹੋ ਤਾਂ ਸਕਿਪ ਕਰ ਸਕਦੇ ਹੋ। ਤਾਂ ਮੰਨ ਲਓ ਕਿ RT ਆਪਣੇ ਕੋਲ ਇਹ ਟੋਟਲ ਰੈਜ਼ਿਸਟੈਂਸ ਹੈਗੀ, ਟੋਟਲ ਪ੍ਰਤੀਰੋਧ ਹੈਗਾ, ਤੇ ਇਹਦੇ ਲਈ ਜੋ ਫਾਰਮੂਲਾ ਹੈ ਉਹ ਇਹ ਬਣੂਗਾ 1/RT ਬਰਾਬਰ ਹੈ ਜਿਹੜੀ ਆਪਣੀ ਪਹਿਲੀ ਰੈਜ਼ਿਸਟੈਂਸ ਹੈ ਉਹਨੂੰ ਵੀ 1 ਲਗਾ ਦਿਓ, ਪਲੱਸ ਜਿਹੜੀ ਦੂਜੀ ਰੈਜ਼ਿਸਟੈਂਸ ਹੈ ਉਹਨੂੰ ਵੀ 1 ਕਰਕੇ ਲਗਾ ਦਿਓ। ਅਗਲੇ ਸਟੈਪ ਦੇ ਵਿੱਚ 1/RT ਉਸੇ ਤਰ੍ਹਾਂ ਰਹੂਗਾ। ਇਹਨਾਂ ਦੇ ਵਿੱਚ ਦੇਖੋ 2 ਆ ਜਿਹੜਾ ਉੱਪਰ ਚਲਾ ਜਾਊਗਾ, ਕਿਉਂਕਿ 2 ਵਾਰ ਬਟਾ ਲੱਗਿਆ ਹੋਇਆ, ਤਾਂ 2/R ਪਲੱਸ 2/R ਹੋ ਜਾਊਗਾ। R ਜਦੋਂ ਇਹਨਾਂ ਦਾ LCM ਲਵਾਂਗੇ ਸਾਂਝਾ ਤਾਂ 2 + 2 ਹੋ ਜਾਊਗਾ। ਤਾਂ ਆਪਾਂ ਇਸ ਸਟੈਪ ਤੇ ਪਹੁੰਚ ਚੁੱਕੇ ਹਾਂ। 1/RT ਹੈ ਜਿਹੜਾ ਉਹ 2 + 2 4/R ਦੇ ਬਰਾਬਰ ਹੋ ਜਾਊਗਾ। ਹੁਣ ਜੇ ਆਪਾਂ ਦੋਨਾਂ ਨੂੰ ਉਲਟਾ ਦਈਏ, ਇਹਨੂੰ ਵੀ ਉੱਪਰ ਨੂੰ ਉਲਟਾ ਦਈਏ, ਇਹਨਾਂ ਨੂੰ ਵੀ ਉਲਟਾ ਦਈਏ, ਤਾਂ ਆਪਣੇ ਕੋਲ ਬਣ ਜੂ RT/1 ਆ ਜਾਊਗਾ। ਦੋਨਾਂ ਨੂੰ ਉਲਟਾਉਣ ਤੋਂ ਬਾਅਦ 1 ਤਾਂ ਖਤਮ ਹੀ ਹੋ ਗਿਆ, ਬਰਾਬਰ R/4। ਤਾਂ ਇੱਥੇ ਵੀ ਆਪਾਂ R/4 ਚ ਪਹੁੰਚੇ ਹਾਂ, ਤੇ ਇਹਦਾ ਸ਼ਾਰਟਕਟ ਤਰੀਕਾ
ਕਿ ਦੋਨਾਂ 'ਚ ਇੱਕ ਰੈਜ਼ਿਸਟੈਂਸ ਚੱਕ ਕੇ ਉਹਦਾ ਅੱਧ ਕਰ ਦਿਓ, ਪਰ ਇਹ ਉਹਦੀ ਲੱਗੂ ਅਗਰ ਦੋਨੇ ਰੈਜ਼ਿਸਟੈਂਸ ਬਰਾਬਰ ਹੋਣ। ਤਾਂ ਇੱਥੇ ਈਡੀ ਆਪਸ਼ਨ ਤੁਹਾਡਾ ਸਹੀ ਹੋ ਜਾਊਗਾ 7ਵੇਂ ਕੁਐਸਚਨ ਦਾ। ਕੁਐਸਚਨ 8ਵਾਂ, ਬਲਬ ਦੇ ਫਿਲਾਮੈਂਟ ਨੂੰ ਬਣਾਉਣ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਉਪਯੋਗ ਹੁੰਦਾ ਹੈ? ਇਹ ਕੁਐਸਚਨ ਰਿਪੀਟ ਹੈ। ਦੇਖੋ ਇਸ ਕੱਚ ਦੇ ਬਲਬਾਂ ਦੇ ਵਿੱਚ ਜੋ ਚਮਕ ਰਹੀਆਂ ਲਾਈਨਾਂ ਨੇ ਇਹਨਾਂ ਨੂੰ ਬਲਬ ਦਾ ਫਿਲਾਮੈਂਟ ਕਿਹਾ ਜਾਂਦਾ ਹੈ। ਇਹ ਬਣੇ ਹੁੰਦੇ ਆ ਟੰਗਸਟਨ ਦੇ, ਕਿਉਂਕਿ ਇਹਦਾ ਪ੍ਰਤੀਰੋਧ ਵੀ ਜ਼ਿਆਦਾ ਹੈ ਤੇ ਮੈਲਟਿੰਗ ਪੁਆਇੰਟ ਪਿਘਲਣ ਦਰਜਾ ਵੀ ਜ਼ਿਆਦਾ ਹੈਗਾ। 8ਵੇਂ ਦਾ ਈਡੀ ਆਪਸ਼ਨ ਸਹੀ ਹੋ ਜਾਏਗਾ ਤੁਹਾਡਾ। 9ਵਾਂ ਕੁਐਸਚਨ, ਪ੍ਰਤੀਰੋਧ ਦੀ ਐਸਆਈ ਇਕਾਈ ਕੀ ਹੁੰਦੀ ਹੈ? ਤਾਂ ਪ੍ਰਤੀਰੋਧ ਮਤਲਬ ਰੈਜ਼ਿਸਟੈਂਸ, ਜਿਹਨੂੰ ਪਾਰ ਨਾਲ ਲਿਖ ਰਹੇ ਸੀ, ਇਹਦੀ ਐਸਆਈ ਇਕਾਈ ਓਮ ਹੁੰਦੀ ਹੈ, ਜਿਹਨੂੰ ਲਿਖਣ ਦੇ ਲਈ ਓਮੇਗਾ ਸਿੰਬਲ ਹੈ ਜਿਸ ਤਰ੍ਹਾਂ ਦਾ ਵਰਤਿਆ ਜਾਂਦਾ ਹੈਗਾ। ਤੇ ਸਰਕਟ ਡਾਇਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਨਿਸ਼ਾਨ ਹੈ ਉਹ ਵਰਤਿਆ ਜਾਂਦਾ ਰੈਜ਼ਿਸਟੈਂਸ ਬਣਾਉਣ ਦੇ ਲਈ। ਤਾਂ ਈਡੀ ਆਪਸ਼ਨ ਸਹੀ ਹੈ ਤੁਹਾਡੇ 9ਵੇਂ ਕੁਐਸਚਨ ਦਾ। ਕੁਐਸਚਨ 10ਵਾਂ, ਕੁਚਾਲਕਾਂ ਦਾ ਪ੍ਰਤੀਰੋਧ ਕੀ ਹੁੰਦਾ ਹੈ? ਕੁਚਾਲਕ ਹੈ ਜਿਹੜੇ ਆਪਣੇ ਵਿੱਚ ਦੀ ਕਰੰਟ ਲੰਘਣ ਨਹੀਂ ਦਿੰਦੇ, ਕਿਉਂਕਿ ਉਹਨਾਂ ਦਾ ਪ੍ਰਤੀਰੋਧ ਜ਼ਿਆਦਾ ਹੁੰਦਾ ਹੈ। ਪ੍ਰਤੀਰੋਧ ਦਾ ਕੰਮ ਹੀ ਹੁੰਦਾ ਕਰੰਟ ਨੂੰ ਲੰਘਣ ਤੋਂ ਰੋਕਣਾ, ਜਿਵੇਂ ਕਿ ਰਬੜ ਦੀਆਂ ਚੀਜ਼ਾਂ। ਤਾਂ ਊੜਾ ਆਪਸ਼ਨ ਸਹੀ ਹੋ ਜਾਏਗਾ 10ਵੇਂ ਕੁਐਸਚਨ ਦਾ, ਬਹੁਤ ਜ਼ਿਆਦਾ ਪ੍ਰਤੀਰੋਧ। ਕੁਐਸਚਨ 11ਵਾਂ, ਬਿਜਲੀ ਊਰਜਾ ਦੀ ਵਪਾਰਕ ਇਕਾਈ ਕੀ ਹੁੰਦੀ ਹੈ? ਬਿਜਲੀ ਜਦੋਂ ਵੇਚੀ ਜਾਂ ਖਰੀਦੀ ਜਾਂਦੀ ਹੈ, ਚਾਹੇ ਉਹ ਘਰਾਂ ਦੇ ਵਿੱਚ ਹੋਵੇ ਜਾਂ ਫੈਕਟਰੀਆਂ ਦੇ ਵਿੱਚ ਹੋਵੇ, ਤਾਂ ਇਸ ਇਕਾਈ ਦੇ ਵਿੱਚ ਮਿਣੀ ਜਾਂਦੀ ਹੈ। ਆਪਣੇ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੀਟਰ ਲੱਗੇ ਹੁੰਦੇ ਬਿਜਲੀ ਦੇ, ਜਿਨ੍ਹਾਂ ਦੀ ਇੱਥੇ ਰੀਡਿੰਗ ਨੋਟ ਕਰ ਸਕਦੇ ਹੋ ਤੁਸੀਂ। ਇਹੀ ਉਹ ਇਕਾਈ ਹੈਗੀ kWh, ਜਿਹਦਾ ਮਤਲਬ ਹੈ ਕਿਲੋਵਾਟ ਆਵਰ ਜਾਂ ਫਿਰ ਕਿਲੋਵਾਟ ਘੰਟੇ ਪੰਜਾਬੀ ਚ ਕਹਿੰਦੇ ਨੇ ਆਪਾਂ। ਤਾਂ ਈਡੀ ਆਪਸ਼ਨ ਬਿਲਕੁਲ ਸਹੀ ਹੈ ਤੁਹਾਡੇ 11ਵੇਂ ਕੁਐਸਚਨ ਦਾ। ਕੁਐਸਚਨ 12ਵਾਂ, ਕੂਲਮ ਹੇਠਾਂ ਲਿਖਿਆਂ ਵਿੱਚੋਂ ਕਿਸ ਦੀ ਐਸਆਈ ਇਕਾਈ ਹੈ? ਤਾਂ ਇਸ ਇਕਾਈ ਦਾ ਨਾਮ ਚਾਰਲਸ ਕੂਲਮ ਨਾਂ ਦੇ ਸਾਇੰਟਿਸਟ ਦੇ ਨਾਮ ਤੇ ਰੱਖਿਆ ਗਿਆ ਸੀ, ਜਿਹਦੀ ਵਰਤੋਂ ਬਿਜਲੀ ਚਾਰਜ ਮਾਪਣ ਲਈ ਕੀਤੀ ਜਾਂਦੀ ਹੈ। ਤਾਂ ਸੱਸਾ ਆਪਸ਼ਨ ਬਿਲਕੁਲ ਸਹੀ ਹੈ ਤੁਹਾਡੇ 12ਵੇਂ ਕੁਐਸਚਨ ਦਾ। ਕੁਐਸਚਨ 13ਵਾਂ, ਹੇਠਾਂ ਲਿਖੇ ਯੰਤਰ ਨੂੰ ਪਹਿਚਾਨੋ। ਦੇਖੋ ਲੈਕਟੋਮੀਟਰ ਹੈ ਜਿਹੜਾ, ਇਹਦੀ ਵਰਤੋਂ ਕੀਤੀ ਜਾਂਦੀ ਹੈ ਦੁੱਧ ਦੀ ਫੈਟ ਵਗੈਰਾ ਚੈੱਕ ਕਰਨ ਦੇ ਲਈ, ਤਾਂ ਇਹ ਤਾਂ ਹੋ ਹੀ ਨਹੀਂ ਸਕਦਾ। ਗਲਵੈਨੋਮੀਟਰ ਹੈ ਜਿਹੜਾ, ਉਹਦੇ ਵਿੱਚ G ਲਿਖਿਆ ਹੁੰਦਾ ਹੈਗਾ, ਇਹ ਵੀ ਨਹੀਂ ਹੈ। ਐਮਮੀਟਰ ਦੇ ਵਿੱਚ A ਲਿਖਿਆ ਹੁੰਦਾ ਹੈ, ਕਰੰਟ ਮਿਣਨ ਲਈ ਵਰਤਦੇ ਆ, ਇਹ ਵੀ ਨਹੀਂ ਹੋ ਸਕਦਾ। ਇੱਥੇ ਦੇਖੋ ਤੁਸੀਂ ਧਿਆਨ ਨਾਲ V ਲਿਖਿਆ ਹੋਇਆ ਹੈਗਾ, ਇਹਦਾ ਮਤਲਬ ਇਹ ਵੋਲਟ ਮੀਟਰ ਹੈ। ਆੜਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ ਇਸ ਕੁਐਸਚਨ ਦਾ। ਕੁਐਸਚਨ 14ਵਾਂ, ਤਾਪਮਾਨ ਵਧਣ ਨਾਲ ਚਾਲਕ ਦੇ ਪ੍ਰਤੀਰੋਧ ਤੇ ਕੀ ਅਸਰ ਪੈਂਦਾ ਹੈ? ਤਾਂ ਜਦੋਂ ਕਿਸੇ ਚਾਲਕ ਦਾ ਤਾਪਮਾਨ ਵਧੂਗਾ ਤਾਂ ਉਹਦੇ ਵਿੱਚ ਦੀ ਜੋ ਪਾਸ ਹੋ ਰਿਹਾ ਹੈਗਾ ਕਰੰਟ ਉਹ ਘਟ ਜੂਗਾ, ਮੀਨਿੰਗ ਕਿ ਜਿਹੜਾ ਉਹਦੇ ਵਿੱਚ ਪ੍ਰਤੀਰੋਧ ਸੀ ਚਾਲਕ ਦੇ ਵਿੱਚ ਉਹ ਵੱਧ ਗਿਆ, ਕਿਉਂਕਿ ਪ੍ਰਤੀਰੋਧ ਦਾ ਕੰਮ ਹੁੰਦਾ ਕਰੰਟ ਨੂੰ ਰੋਕਣਾ। ਤਾਂ ਜਦੋਂ ਹੀ ਇਹ ਵੱਧ ਗਿਆ ਕਰੰਟ ਘਟ ਗਿਆ, ਤੇ ਹੋਇਆ ਕਿਉਂ? ਤਾਪਮਾਨ ਵਧਣ ਕਰਕੇ। ਤੁਹਾਡਾ ਫੋਨ ਵੀ ਗਰਮ ਹੋ ਕੇ ਹੀਟ ਹੋ ਕੇ ਹੈਂਗ ਹੋਣ ਲੱਗ ਜਾਂਦਾ ਹੈ, ਉਹਦੇ ਵਿੱਚ ਵਰਕਿੰਗ ਐਫੀਸ਼ੀਐਂਸੀ ਉਹ ਘਟ ਜਾਂਦੀ ਹੈ। ਤਾਂ 14ਵੇਂ ਦਾ ਤੁਹਾਡਾ ਆੜਾ ਆਪਸ਼ਨ ਸਹੀ ਹੋ ਜਾਏਗਾ ਕਿ ਪ੍ਰਤੀਰੋਧ ਵੱਧਦਾ ਹੈ। ਕੁਐਸਚਨ 15ਵਾਂ, ਕਿਸੇ ਸਰਕਟ 'ਚ ਜਦੋਂ ਵੋਲਟਮੀਟਰ ਨੂੰ ਜੋੜਿਆ ਜਾਂਦਾ ਹੈ ਵੋਲਟੇਜ ਮਾਪਣ ਲਈ, ਇਹ ਆਪਾਂ ਨੂੰ ਇੱਕ ਬਿਜਲੀ ਸਰਕਟ ਦਿਖਾਇਆ ਹੋਇਆ ਜਿਹਦੇ ਵਿੱਚ ਆ ਬੈਟਰੀ ਹੈ ਤੇ ਆਹ ਵੋਲਟਮੀਟਰ ਤੁਸੀਂ ਦੇਖ ਸਕਦੇ ਹੋ ਮੇਨ ਤਾਰ ਤੋਂ ਅਲੱਗ ਕੱਢ ਕੇ ਸਮਾਂਤਰ ਪੈਰਲਲ ਕਰਕੇ ਲਗਾਇਆ ਹੋਇਆ ਹੈਗਾ, ਜਦਕਿ ਐਮੀਟਰ ਨੂੰ ਲੜੀ 'ਚ ਲਗਾਇਆ ਹੋਇਆ, ਸੀਰੀਜ਼ 'ਚ ਲਗਾਇਆ ਹੋਇਆ। ਤਾਂ ਵੋਲਟਮੀਟਰ ਹਮੇਸ਼ਾ ਪੈਰਲਲ ਲੱਗੂਗਾ। ਆੜਾ ਆਪਸ਼ਨ ਸਮਾਂਤਰ ਤੁਹਾਡਾ ਸਹੀ ਹੋ ਜਾਏਗਾ 15ਵੇਂ ਕੁਐਸਚਨ ਦਾ। 16ਵਾਂ ਕੁਐਸਚਨ, ਹੇਠਾਂ ਦਿੱਤੇ ਯੰਤਰ ਨੂੰ ਪਹਿਚਾਨੋ। ਜ਼ਿਆਦਾ ਸਾਫ਼ ਇਮੇਜ ਦੇਖ ਲੈਣੇ ਆਪਾਂ ਇਸੇ ਇੰਸਟਰੂਮੈਂਟ ਦੀ। ਤਾਂ ਇਹ ਹੁੰਦਾ ਰਿਓਸਟੈਟ, ਜਿਹਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਪਲੱਗ ਦੇਖ ਸਕਦੇ ਹੋ। ਇਹ ਪਲੱਗ ਨੂੰ ਅੱਗੇ ਜਾਂ ਪਿੱਛੇ ਕਰਨ ਦੇ ਨਾਲ ਇਹਦਾ ਪ੍ਰਤੀਰੋਧ ਹੈ ਜਿਹੜਾ ਰੈਜ਼ਿਸਟੈਂਸ ਹੈ ਉਹ ਵੱਧ ਜਾਂ ਘਟ ਸਕਦੀ ਹੈਗੀ। ਆਹ ਨਿਸ਼ਾਨ ਵਰਤਿਆ ਜਾਂਦਾ ਇਹਦਾ। ਪ੍ਰਤੀਰੋਧ ਨੂੰ ਵਧਾ ਜਾਂ ਘਟਾ ਸਕਦੇ ਹੋ। ਮੰਨ ਲਓ ਤੁਹਾਨੂੰ 5 ਓਮ ਚਾਹੀਦਾ, ਤੁਸੀਂ ਇਹਨੂੰ ਥੋੜਾ ਜਿਹਾ ਇੱਧਰ ਨੂੰ ਕਰ ਲਓਗੇ। 7 ਓਮ ਚਾਹੀਦਾ, ਤੁਸੀਂ ਥੋੜਾ ਜਿਹਾ ਵਧਾ ਦੋਗੇ। 10 ਓਮ ਚਾਹੀਦਾ, ਤੁਸੀਂ ਇਹਨੂੰ ਹੋਰ ਵਧਾ ਦੋਗੇ। ਤਾਂ ਬਾਰ-ਬਾਰ ਤੁਹਾਨੂੰ ਅਲੱਗ-ਅਲੱਗ ਰੈਜ਼ਿਸਟੈਂਸ ਦੇ ਪ੍ਰਤੀਰੋਧ ਲੈਣ ਲਈ ਭੱਜਣਾ ਨਹੀਂ ਪੈਣਾ, ਇੱਕ ਨਾਲ ਹੀ ਤੁਸੀਂ ਵਧਾ ਘਟਾ ਕੇ ਕੰਮ ਚਲਾ ਸਕਦੇ ਹੋ। ਇਹਨੂੰ ਕਹਿੰਦੇ ਆ ਰਿਓਸਟੈਟ। ਈਡੀ ਆਪਸ਼ਨ ਸਹੀ ਹੈ ਤੁਹਾਡੇ 16ਵੇਂ ਤੇ ਲਾਸਟ ਕੁਐਸਚਨ ਦਾ। ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ।